ਬੇਸਿਕਲੀ ਜਿਹੜਾ ਸਾਡਾ ਸੀਗਾ ਮੇਨ ਉੱਥੇ ਲਗਾਤਾਰ ਆਪਾਂ ਨਾਕੇਬੰਦੀ ਕਰਕੇ ਸਰਚ ਆਪਰੇਸ਼ਨ ਕਰਾ ਕੇ ਕਾਰਡਨ ਕਰਾ ਕੇ ਕਹਿੰਦੇ ਹੈਗੇ ਔਰ ਅਸੀਂ ਚਾਹੁੰਦੇ ਵੀ ਕਿ ਪੁਲਿਸ हर सवेर एक नवी उम्मीद लैके आउंदी है। उम्मीद कुछ नवा करन दी, उम्मीद अपने सपने पूरे करन दी। तो यह ताही मुमकिन है जद असी सुरक्षित हाँ। साडी सुरक्षा का ध्यान रखते हैं पुलिस ऑफिसर्स जिहड़े 24 घंटे साडे लई मौजूद हैं। अज मैं जैस्मिन कौर तुहाडे नाल गल करांगी ते साडे नाल मौजूद ने मोगे दे SSP गुलनीत सिंह खुराना सर जी। सत श्री अकाल सर। ਸਤਿ ਸ਼੍ਰੀ ਅਕਾਲ ਜੀ। सर पहला तरन तारण दे SSP फिर हुण मोगा दे किवें दा रिहा तुहाडा ये सफर? ਦੇਖੋ ਜੀ, ਪੁਲਿਸ ਅਫਸਰ ਜਿਹੜਾ ਹੈਗਾ ਜਿੱਥੇ ਵੀ ਜਾਂਦਾ ਹੈਗਾ ਆਲਮੋਸਟ ਸਾਡੇ ਚੈਲੰਜਸ ਇੱਕੋ ਜਿਹੇ ਹੁੰਦੇ ਨੇ। ਫੋਰ ਐਗਜ਼ਾਮਪਲ ਜਦੋਂ ਮੈਂ ਫਾਜ਼ਿਲਕੇ ਵੀ ਸੀਗਾ, ਪਹਿਲਾਂ ਵੀ ਮੈਂ ਮੋਗੇ ਰਹਿ ਕੇ ਗਿਆ, ਮਾਨਸਾ ਰਿਹਾ, ਮੈਂ ਪਠਾਨਕੋਟ ਰਿਹਾ, ਉਸ ਤੋਂ ਬਾਅਦ ਅੰਮ੍ਰਿਤਸਰ ਰੂਰਲ, ਫਿਰ ਤਰਨ ਤਾਰਨ, ਫਿਰ ਹੁਣ ਮੋਗੇ ਆਇਆ ਹੈਗਾ। ਤੇ ਸਾਡੇ ਕੋਲ ਜਿਹੜਾ ਬੇਸਿਕ ਜਿਹੜਾ ਸਾਡਾ ਪੁਲਿਸ ਰੂਲਸ ਕਹਿੰਦਾ ਹੈਗਾ ਦੈਟ ਇਜ਼ ਕ੍ਰਾਈਮ ਪ੍ਰੀਵੈਂਸ਼ਨ ਐਂਡ ਕ੍ਰਾਈਮ ਡਿਟੈਕਸ਼ਨ। ਠੀਕ ਹੈ, ਤਰਨ ਤਾਰਨ ਦੀ ਜਿਹੜੀ ਤੈਨਾਤੀ ਸੀਗੀ ਉਹਦੇ 'ਚ ਇੱਕ ਮੇਨ ਚੈਲੰਜ ਸੀਗਾ ਵਿਧਾਨ ਸਭਾ ਦੇ ਇਲੈਕਸ਼ਨ 2022 ਦੇ ਜਿਹੜੇ ਹੋਣੇ ਸੀਗੇ। ਉਸ ਤੋਂ ਪਹਿਲਾਂ ਮੈਂ ਕਮਾਂਡੈਂਟ ਸੀਗਾ ਤੇ ਮੈਨੂੰ ਇਲੈਕਸ਼ਨ ਕਮਿਸ਼ਨ ਨੇ ਇੱਕ ਰਿਸਪੌਂਸਿਬਿਲਿਟੀ ਦੇ ਕਰਕੇ ਤਰਨ ਤਾਰਨ ਭੇਜਿਆ ਸੀਗਾ ਕਿ ਉੱਥੇ ਫੇਅਰ ਐਂਡ ਸਮੂਥ ਇਲੈਕਸ਼ਨ ਹੋਣੇ ਚਾਹੀਦੇ ਹੈਗੇ। ਔਰ ਜਦੋਂ ਮੈਂ ਉੱਥੇ ਜਾ ਕੇ ਜੁਆਇਨ ਕੀਤਾ ਦੇਅਰ ਵਰ ਚੈਲੰਜਸ, ਔਰ ਬਾਰਡਰ ਹੋਣ ਕਰਕੇ ਡਰੋਨ ਵੀ ਕਾਫੀ ਮੂਵਮੈਂਟ ਰਹਿੰਦੀ ਸੀਗੀ। ਉਸ ਤੋਂ ਇਲਾਵਾ ਹਮੇਸ਼ਾ ਕੋਈ ਨਾ ਕੋਈ ਖਦਸ਼ਾ ਬਣਿਆ ਰਹਿੰਦਾ ਸੀਗਾ ਕਿ ਕੋਈ ਲਾਅ ਐਂਡ ਆਰਡਰ ਇਸ਼ੂ ਨਾ ਬਣ ਜਾਏ। ਤੇ ਜੋ ਵੀ ਆਪਣਾ ਸ਼ੁਰੂਆਤ ਤੋਂ ਲੈ ਕਰਕੇ ਜਦੋਂ ਦਾ ਇਲੈਕਸ਼ਨ ਅਨਾਊਂਸਮੈਂਟ ਹੋਈ, ਲਗਾਤਾਰ ਇਲੈਕਸ਼ਨੀਅਰਿੰਗ ਚੱਲਦੀ ਰਹੀ। ਉਸ ਤੋਂ ਬਾਅਦ ਨੋਮੀਨੇਸ਼ਨਸ ਆਈਆਂ, ਦੈਨ ਫਿਰ ਪੋਲਿੰਗ ਦਾ ਡੇ ਆ ਗਿਆ, ਪੋਲਿੰਗ ਤੋਂ ਬਾਅਦ ਕਾਊਂਟਿੰਗ ਦਾ ਡੇ ਆ ਗਿਆ, ਐਂਡ ਫਿਰ ਉਸ ਤੋਂ ਬਾਅਦ ਸਾਡਾ ਇੱਕ ਅਗਲਾ ਚੈਲੰਜ ਆ ਜਾਂਦਾ ਹੈ ਕਿ ਹਾਂ ਆਪਸ ਵਿੱਚ ਕਲੈਸ਼ਸ ਨਾ ਹੋਣ, ਪਾਰਟੀਜ਼ ਦੇ ਜਿਹੜੇ ਹਾਰੇ ਹੋਏ ਨੇ ਔਰ ਜਿਹੜੇ ਜਿੱਤੇ ਹੋਏ ਉਹਨਾਂ ਦੇ ਵਿਚਕਾਰ ਆਪਸ ਵਿੱਚ ਕਲੈਸ਼ ਨਾ ਹੋਣ। ਤਾਂ ਦੋਜ਼ ਆਰ ਡਿਫਰੈਂਟ ਚੈਲੰਜਸ। ਜਦੋਂ ਮੈਂ ਮੋਗੇ ਆਇਆ ਤੇ ਇੱਥੇ ਸਾਡੀ ਨਾਰਮਲ ਪੁਲਿਸਿੰਗ ਸੀਗੀ, ਸਰਕਾਰ ਬਣ ਚੁੱਕੀ ਸੀਗੀ ਔਰ ਸਾਡੇ ਵਾਸਤੇ ਜਿਹੜੇ ਮੇਨ ਡਾਇਰੈਕਸ਼ਨ ਸੀਗੇ CM ਸਾਹਿਬ ਵੱਲੋਂ, DGP ਸਾਹਿਬ ਵੱਲੋਂ, ਉਹ ਸੀਗੇ ਕਿ ਨਸ਼ੇ ਜਿਹੜੇ ਹੈਗੇ ਨੇ ਨਸ਼ਿਆਂ 'ਤੇ ਆਪਾਂ ਠੱਲ ਪਾਈਏ ਔਰ ਸੈਕੰਡ ਜਿਹੜਾ ਗੈਂਗਸਟਰ ਮੂਵਮੈਂਟ ਜਿਹੜੀ ਹੈਗੀ ਹੈ ਉਹਨਾਂ ਨੂੰ ਆਪਾਂ ਘੱਟ ਕਰੀਏ, ਉੱਤੇ ਵੀ ਆਪਾਂ ਲਗਾਮ ਲਗਾਈਏ। ਉਸ ਤੋਂ ਇਲਾਵਾ ਜਿਹੜੇ ਨਾਰਮਲ ਰੂਟੀਨ ਸਾਡੇ ਧਰਨੇ ਚੱਲਦੇ ਰਹਿੰਦੇ ਹੈਗੇ ਨੇ ਜਾਂ ਨਾਰਮਲ ਕ੍ਰਾਈਮ ਚੱਲਦਾ ਰਹਿੰਦਾ ਹੈਗਾ, ਉਹਨਾਂ ਨੂੰ ਨਜਿੱਠਣਾ, ਉਹਨਾਂ ਨੂੰ ਮੇਨਟੇਨ ਕਰਨਾ। ਇਸ ਤੋਂ ਇਲਾਵਾ ਪੁਲਿਸ ਦੀ ਵੈਲਫੇਅਰ ਦੇਖਣੀ, ਕਿਉਂਕਿ ਸਾਡੇ ਕੋਲ ਆਲਮੋਸਟ 1500 ਮੁਲਾਜ਼ਮ ਹੈਗੇ ਨੇ ਮੋਗਾ ਜ਼ਿਲ੍ਹੇ ਵਿੱਚ ਔਰ ਉਹਨਾਂ ਦੇ ਵਾਸਤੇ ਆਈ ਐਮ ਦੀ ਫਾਦਰ। ਤਾਂ ਮੈਂ ਉਹਨਾਂ ਦੇ ਵਾਸਤੇ ਦੇਖਣਾ ਹੈਗਾ ਕਿ ਉਹ ਡਿਊਟੀ ਵੀ ਕਰਨ, ਉਹ ਆਪਣੇ ਘਰਦਿਆਂ ਨੂੰ ਵੀ ਟਾਈਮ ਦੇ ਸਕਣ ਔਰ ਉਹ ਹਰ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਣੇ ਆਪ ਨੂੰ ਪੁਲਿਸ ਵਾਸਤੇ ਵੀ ਔਰ ਆਪਣੀ ਫੈਮਿਲੀ ਵਾਸਤੇ ਵੀ ਡਿਵੋਟ ਕਰ ਸਕਣ। अच्छा, त्यौहार के टाइम देखा जाता जो पुलिस ऑफिसर्स ने 24 घंटे या एक 2-2 दिन तक जनता की सिक्योरिटी लिए उत्थे मौजूद होंगे हैं। तो तुसी ओहदे बारे की कहोगे, कुछ बदलाव लेना चाहते हो? ਜੀ ਬਿਲਕੁਲ, ਸਾਨੂੰ ਨਵੀਂ ਸਰਕਾਰ ਤੋਂ ਕਾਫੀ ਉਮੀਦ ਹੈਗੀ ਹੈ। ਉਹਨਾਂ ਨੇ ਵੀ ਕਿਹਾ ਕਿ ਜਿਹੜੀ ਵੀ ਸਾਡੀ ਵੈਕੈਂਸੀਜ਼ ਹੈਗੀਆਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਕੰਪਲੀਟ ਕੀਤਾ ਜਾਵੇਗਾ। ਵੈਲਫੇਅਰ ਜਿੱਥੇ ਜਿਹੜਾ ਪੁਲਿਸ ਦੀ ਤੁਸੀਂ ਗੱਲ ਕੀਤੀ ਕਿ 24 ਘੰਟਿਆਂ ਦੀ ਡਿਊਟੀ ਹੈਗੀ ਹੈ, ਕਈ ਵਾਰੀ ਸਾਨੂੰ 72 ਘੰਟੇ 48 ਘੰਟੇ ਵੀ ਲਗਾਤਾਰ ਡਿਊਟੀ ਕਰਨੀ ਪੈਂਦੀ ਹੈ ਜਦੋਂ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਹੋ ਜਾਂਦੀ ਹੈਗੀ ਹੈ। ਤੇ ਮੇਨ ਸਾਡੇ ਵਾਸਤੇ ਇਸ਼ੂ ਆਉਂਦਾ ਹੈਗਾ ਦੈਟ ਇਜ਼ ਦੀ ਡੈਫਿਸਿਟ ਆਫ ਫੋਰਸ। ਥਾਣਿਆਂ 'ਚ ਜਿੱਥੇ 70 ਮੁਲਾਜ਼ਮ ਸੈਂਕਸ਼ਨਡ ਹੈਗੇ ਨੇ, ਕਿਤੇ 40 ਪੋਸਟਡ ਨੇ, ਕਿਤੇ 35 ਪੋਸਟਡ ਨੇ। ਜਦੋਂ ਇਹ ਵੈਕੈਂਸੀ ਫੁੱਲਫਿਲ ਹੋ ਜਾਏਗੀ ਦੈਨ ਜਿਹੜੇ ਉਹ ਬੰਦਿਆਂ ਨੂੰ ਆਪਾਂ ਛੁੱਟੀਆਂ ਦੇਣੀਆਂ ਹੈਗੀਆਂ ਨੇ ਜਾਂ ਉਹਨਾਂ ਨੂੰ ਆਪਾਂ ਰਿਲੀਵ ਕਰਨਾ ਹੈਗਾ, ਉਹਨਾਂ ਨੂੰ ਹਫਤੇ ਦਾ ਇੱਕ ਰੈਸਟ ਦੇਣਾ ਹੈਗਾ, ਉਸ ਚੀਜ਼ ਨੂੰ ਆਪਾਂ ਕੰਪਲੀਟਲੀ ਇੰਪਲੀਮੈਂਟ ਕਰ ਪਾਵਾਂਗੇ। ਬਾਕੀ ਪੁਲਿਸ ਦੀ ਡਿਊਟੀ ਹਮੇਸ਼ਾ ਐਮਰਜੈਂਸੀ ਡਿਊਟੀ ਹੈਗੀ ਹੈ। ਤਿਉਹਾਰਾਂ ਵਿੱਚ ਸਾਨੂੰ ਵੱਧ ਤੋਂ ਵੱਧ ਡਿਊਟੀ ਕਰਨੀ ਪੈਂਦੀ ਤਾਂ ਜੋ ਜਿਹੜੀ ਕਾਮਨ ਪਬਲਿਕ ਹੈਗੀ ਉਹ ਆਪਣੇ ਤਿਉਹਾਰ ਨੂੰ ਚੰਗੀ ਤਰੀਕੇ ਤੋਂ ਮਨਾ ਸਕੇ। ਔਰ ਅਸੀਂ ਇਹੀ ਆਸ ਕਰਦੇ ਹਾਂ ਕਿ ਸਾਰੇ ਲੋਕ ਜਿਹੜੇ ਹੈਗੇ ਨੇ ਉਹ ਪ੍ਰੋਪਰਲੀ ਉਸ ਚੀਜ਼ ਨੂੰ ਫੋਲੋ ਕਰਕੇ, ਰੂਲਸ ਨੂੰ ਫੋਲੋ ਕਰਕੇ, ਕਿਉਂਕਿ ਜਦੋਂ ਤੱਕ ਤਾਂ ਸਾਰਾ ਕੁਝ ਸਮੂਥ ਰਹਿੰਦਾ ਉਦੋਂ ਤੱਕ ਉਹ ਡਿਊਟੀ 48 ਘੰਟੇ 24 ਘੰਟਿਆਂ ਦੀ ਹੁੰਦੀ ਹੈ। ਬਟ ਅਗਰ ਕੋਈ ਪ੍ਰੋਬਲਮ ਆ ਜਾਂਦੀ ਹੈਗੀ ਹੈ ਉਸ ਤੋਂ ਬਾਅਦ ਉਹ ਡਿਊਟੀ ਹੋਰ ਵੱਧ ਜਾਂਦੀ ਹੈ। ਮੰਨ ਲਓ ਕਿ ਦੀਵਾਲੀ ਦਾ ਤਿਉਹਾਰ ਚੱਲ ਰਿਹਾ, ਅਸੀਂ ਉਹਨਾਂ ਨੂੰ ਸਾਰਿਆਂ ਨੂੰ ਡਾਇਰੈਕਸ਼ਨ ਦਿੱਤੀਆਂ ਕਿ ਵੀ ਤੁਸੀਂ ਪਟਾਕੇ ਜਿਹੜੇ ਹੈਗੇ ਨੇ ਬਾਹਰ ਵੇਚਣੇ ਹੈਗੇ ਔਰ ਜਿੱਥੇ ਵੀ ਕੋਈ ਹੈਗਾ ਉੱਥੇ ਫਾਇਰ ਬ੍ਰਿਗੇਡ ਰਜਿਸਟ੍ਰੇਸ਼ਨ ਕਰਾਈਏ, ਕੈਮਰੇ ਲਗਾਈਏ। ਬਟ ਕਿਤੇ ਕੋਈ ਇੰਸੀਡੈਂਟ ਹੋ ਜਾਂਦਾ ਹੈ ਤਾਂ ਉਹ ਰਿਐਕਸ਼ਨਰੀ ਟਾਈਮ ਜਿਹੜਾ ਹੈਗਾ ਉਹ ਫਿਰ ਹੋਰ ਵੱਧ ਜਾਂਦਾ ਹੈਗਾ। अगर गल करिए सिद्धू मूसेवाले के केस के बारे तो ਉਹਦੇ ਬਾਰੇ ਤੁਹਾਡਾ ਕੀ ਕਹਿਣਾ ਕਿ ਆਖਿਰ ਇੰਨਾ ਟਾਈਮ ਕਿਉਂ ਲੱਗ ਰਿਹਾ ਉਹਨੂੰ ਹਲੇ ਤੱਕ ਸੋਲਵ ਕਰਨ? ਦੇਖੋ ਜੀ, ਸਿੱਧੂ ਮੂਸੇਵਾਲਾ ਦਾ ਮਰਡਰ ਹੋਏ ਹੁਣ ਆਲਮੋਸਟ 6 ਮਹੀਨੇ ਤੋਂ ਉੱਪਰ ਹੋ ਗਏ ਨੇ ਔਰ ਵੀ ਵਰ ਦੀ ਫਸਟ ਵਨਸ ਜਿਹੜੇ ਮੋਗਾ ਪੁਲਿਸ ਨੇ ਸਭ ਤੋਂ ਪਹਿਲਾਂ ਜਿਹੜੇ ਹੈਗੇ ਬੰਦੇ ਆਈਡੈਂਟੀਫਾਈ ਕੀਤੇ ਸੀਗੇ। ਅਸੀਂ ਆਈਡੈਂਟੀਫਾਈ ਕੀਤੇ ਸੀ ਕਿਹੜੇ ਹਰਿਆਣੇ ਦੇ ਬੰਦੇ ਹੈਗੇ ਨੇ ਜਿਨ੍ਹਾਂ ਨੇ ਇੱਥੇ ਆ ਕਰਕੇ ਸ਼ੂਟ ਆਊਟ ਕੀਤਾ ਸੀਗਾ ਮਾਨਸੇ ਆ ਕਰਕੇ, ਔਰ ਲਗਾਤਾਰ ਉਹਦੀ ਤਫਤੀਸ਼ ਜਾਰੀ ਹੈਗੀ ਹੈ। ਉਹਦੇ 'ਚ ਮਾਸਟਰ ਮਾਈਂਡ ਜਿਹੜਾ ਹੈਗਾ ਗੋਲਡੀ ਬਰਾੜ ਨੂੰ ਛੱਡ ਕੇ ਮੇਰੀ ਸਮਝ ਮੁਤਾਬਿਕ ਬਾਕੀ ਸਾਰੇ ਬੰਦੇ ਜਿਹੜੇ ਹੈਗੇ ਨੇ ਹੁਣ ਤੱਕ ਫੜੇ ਜਾ ਚੁੱਕੇ ਨੇ। ਕੁਝ ਇੱਕ ਡਿਫਰੈਂਟ ਚੈਨਲਸ ਚੱਲ ਪੈਂਦੇ ਨੇ ਕਿ ਹਾਂ ਕਿਸੇ ਬੰਦੇ ਨੇ ਕਿਤੇ ਠਹਿਰ ਲਈ ਹੋਣੀ ਹੈ
ਉਹ ਬੰਦਾ ਕਿਤੇ ਰਹਿ ਗਿਆ ਹੋ ਸਕਦਾ ਹੈ। ਹੁਣ ਜਿਸ ਤਰ੍ਹਾਂ ਪਿੱਛੇ ਇੱਕ ਇਨਸੀਡੈਂਟ ਹੋਇਆ ਜਿਹਦੇ ਵਿੱਚ ਬੜਾ ਅਨਫੋਰਚੂਨੇਟ ਸੀਗਾ ਕਿ CIA ਇੰਚਾਰਜ ਦੀ ਅਣਗਹਿਲੀ ਕਰਕੇ ਬੰਦਾ ਭੱਜ ਗਿਆ, ਉਹ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ ਗਿਆ। CIA ਇੰਚਾਰਜ ਹੈਜ਼ ਬੀਨ ਡਿਸਮਿਸਡ ਫਰੋਮ ਦ ਸਰਵਿਸ। ਤੇ ਲਗਾਤਾਰ ਪੁਲਿਸ ਜਿਹੜੀ ਹੈਗੀ ਉਹ ਆਪਣਾ ਕੰਮ ਬਖੂਬੀ ਕਰ ਰਹੀ ਹੈਗੀ ਹੈ। ਇੰਸੀਡੈਂਟ ਹੋਇਆ ਔਰ ਇੰਸੀਡੈਂਟ ਤੋਂ ਬਾਅਦ ਉਹਨੂੰ ਟਰੇਸ ਕਰਨਾ, ਬੰਦਿਆਂ ਨੂੰ ਫੜਨਾ, ਵੀ ਹੈਵ ਡਨ ਆਲ ਥੀਸ ਥਿੰਗਸ। ਚਲਾਨ ਵੀ ਪ੍ਰੈਜ਼ੈਂਟ ਕਰਤਾ ਗਿਆ ਕੋਰਟ ਵਿੱਚ ਔਰ ਸਾਨੂੰ ਉਮੀਦ ਹੈਗੀ ਕਿ ਇਹਦੀ ਜਲਦੀ ਤੋਂ ਜਲਦੀ ਟ੍ਰਾਇਲ ਕੰਪਲੀਟ ਕਰਾ ਕਰਕੇ ਆਪਾਂ ਇਹਨੂੰ ਫਾਈਨਲ ਕੰਕਲੂਜਨ ਤੇ ਲੈ ਕੇ ਜਾ ਪਾਵਾਂਗੇ। ਸਰ, ਜਦ ਪ੍ਰਧਾਨ ਮੰਤਰੀ ਪੰਜਾਬ ਆਏ ਸੀ ਤਾਂ ਉਹਨਾਂ ਨੂੰ ਕਾਫੀ ਸਿਕਿਉਰਿਟੀ ਦੀ ਪ੍ਰੋਬਲਮਸ ਫੇਸ ਕਰਨੀ ਪਈ ਸੀ, ਜਿਹਦੇ ਚੱਲਦੇ ਉਹਨਾਂ ਦਾ ਦੌਰਾ ਪੂਰਾ ਵੀ ਨਹੀਂ ਹੋ ਪਾਇਆ ਸੀ। ਇਸ ਬਾਰੇ ਤੁਸੀਂ ਕੀ ਕਹੋਗੇ? ਦੇਖੋ ਜੀ, 5 ਜਨਵਰੀ 2022 ਨੂੰ ਆਪਣੇ PM ਸਾਹਿਬ ਦਾ ਦੌਰਾ ਸੀਗਾ ਫਿਰੋਜ਼ਪੁਰ ਦਾ ਔਰ ਬਠਿੰਡੇ ਉਹਨਾਂ ਦੀ ਲੈਂਡਿੰਗ ਹੋਣੀ ਸੀਗੀ। ਉਸ ਤੋਂ ਬਾਅਦ ਇੱਥੇ ਆਉਣਾ ਸੀਗਾ। ਮੌਸਮ ਦੀ ਖਰਾਬੀ ਹੋਣ ਕਰਕੇ ਲਾਸਟ ਮੂਮੈਂਟ ਤੇ ਜਿਹੜਾ ਹੈਗਾ ਜੋ ਉਹਨਾਂ ਦਾ ਫਲਾਈਂਗ ਸੀਗਾ ਆਪਣਾ, ਉਹਨਾਂ ਨੇ ਚੌਪਰ ਤੋਂ ਲੈਂਡ ਕਰਨਾ ਸੀਗਾ, ਉਹਦੀ ਬਜਾਏ ਉਹਨਾਂ ਦਾ ਬਾਈ ਰੋਡ ਮੂਵਮੈਂਟ ਬਣ ਗਿਆ ਔਰ ਕਿਸਾਨਾਂ ਦੇ ਐਜੀਟੇਸ਼ਨਸ ਲਗਾਤਾਰ ਚੱਲ ਰਹੇ ਸੀਗੇ ਔਰ ਉਹਦੇ ਕਰਕੇ ਜਿਹੜਾ ਹੈਗਾ ਫਿਰੋਜ਼ਪੁਰ ਰੋਡ ਦੇ ਉੱਤੇ ਕਿਤੇ ਉਹਨਾਂ ਨੇ ਜਾਮ ਲਾਇਆ ਔਰ ਮੂਵਮੈਂਟ ਜਿਹੜਾ ਹੈਗਾ ਉਹ ਬਾधित ਕੀਤਾ। ਦੈਟ ਵਾਜ਼ ਅ ਸਿਕਿਉਰਿਟੀ ਲੈਪਸ ਔਰ ਉਹਦੀ ਇਨਕੁਆਇਰੀ ਜਿਹੜੀ ਹੈਗੀ ਹੈ ਸੁਪਰੀਮ ਕੋਰਟ ਦੇ ਜੱਜ ਨੇ ਕੀਤੀ ਹੈਗੀ ਹੈ ਔਰ ਇਨਕੁਆਇਰੀ ਆਲਮੋਸਟ ਕੰਕਲੂਡ ਵੀ ਹੋ ਗਈ ਹੈ। ਮੈਂ ਉਹਦੇ 'ਚ ਜ਼ਿਆਦਾ ਕੁਝ ਤਾਂ ਨਹੀਂ ਕਹਿ ਸਕਦਾ ਕਿ ਕਿਹਦਾ ਕਿੰਨਾ ਰੋਲ ਸੀਗਾ, ਬਟ ਦੇਅਰ ਵਾਜ਼ ਅ ਸਿਕਿਉਰਿਟੀ ਲੈਪਸ ਔਰ ਉਹ ਜਿਹੜਾ ਹੈਗਾ ਜਿਹੜੀ ਜਸਟਿਸ ਜਿਨ੍ਹਾਂ ਨੇ ਕੀਤੀ ਹੈਗੀ ਇਨਕੁਆਇਰੀ, ਉਹਨਾਂ ਨੇ ਵੀ ਇਸ ਚੀਜ਼ ਨੂੰ ਕੰਕਲੂਡ ਕੀਤਾ ਹੈਗਾ। ਸਰ, ਜਿਹੜਾ ਅੱਜ ਦਾ ਮੁੱਖ ਉਦੇਸ਼ ਬਣ ਚੁੱਕਾ ਹੈ ਕਰਪਸ਼ਨ, ਇਲੀਗਲ ਮਾਈਨਿੰਗ ਔਰ ਡਰੱਗਸ ਵਗੈਰਾ, ਇਹ ਸਾਰੀ ਚੀਜ਼ਾਂ ਨੂੰ ਖਤਮ ਕਰਨ 'ਚ ਤੁਸੀਂ ਕੀ ਯੋਗਦਾਨ ਦੋਗੇ? ਤੁਹਾਨੂੰ ਤੁਹਾਡੇ ਅਕੋਰਡਿੰਗ ਕਿਹੜੇ ਸਟੈਪਸ ਚੱਕਣੇ ਚਾਹੀਦੇ? ਦੇਖੋ ਜੀ, ਸਭ ਤੋਂ ਵੱਡਾ ਉਪਰਾਲਾ ਕੋਈ ਵੀ ਬੰਦਾ ਇਹ ਕਰ ਸਕਦਾ ਹੈ ਕਿ ਉਹ ਇਹ ਮੰਨ ਲਵੇ ਔਰ ਇਹ ਕਹਿ ਦੇਵੇ ਕਿ ਵੀ ਮੈਂ ਕਰਪਟ ਨਹੀਂ ਹੋਊਗਾ। अगर ईच एंड एवरी पर्सन ऑफ दिस कंट्री सेज कि मैं करप्ट नहीं होऊंगा तो देश अपने आप ही करप्शन तो बाहर आ जाता है। बंदा करप्शन करता कदों हैगा ਜਦੋਂ ਉਹਨੂੰ ਉਸ ਚੀਜ਼ ਦੀ ਢਿੱਲ ਮਿਲਦੀ ਹੈਗੀ ਹੈ। ਨਾਓ ਆਲ ਦੀ ਡਿਪਾਰਟਮੈਂਟਸ ਆਰ ਵਰਕਿੰਗ ਹਾਰਡ। ਵਿਜੀਲੈਂਸ ਤੁਸੀਂ ਪਿੱਛੇ ਦੇਖਿਆ ਹੈਗਾ, ਕਾਫੀ ਉਹਨਾਂ ਨੇ ਕਾਫੀ ਵੱਡੇ ਜਿਹੜੇ ਨਾਮੀ ਗ੍ਰਾਮੀ ਲੋਕ ਸੀਗੇ ਜਿਹੜੇ ਇਨਵੋਲਵ ਸੀਗੇ ਕਰਪਸ਼ਨ ਵਿੱਚ, ਉਹਨਾਂ ਤੇ ਕਾਰਵਾਈ ਵੀ ਕੀਤੀ ਹੈਗੀ। ਛੋਟੇ ਲੈਵਲ ਤੇ ਅਸੀਂ ਵੀ ਆਪਣੇ ਵੱਲੋਂ ਕਾਰਵਾਈ ਲਗਾਤਾਰ ਪਾ ਰਹੇ ਹੈਗੇ ਹਾਂ, ਕੁਝ ਨਾ ਕੁਝ ਕਾਰਵਾਈ ਸਾਡੀ ਚੱਲਦੀ ਰਹਿੰਦੀ ਹੈ ਔਰ ਜਿੱਥੇ ਐਨਫੋਰਸਮੈਂਟ ਆ ਜਾਂਦੀ ਹੈਗੀ ਹੈ, ਜਾਗਰੂਕਤਾ ਆ ਜਾਂਦੀ ਹੈਗੀ ਹੈ, ਕਰਪਸ਼ਨ ਆਪਣੇ ਆਪ ਡਿਕਰੀਜ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਔਰ ਆਈ ਹੈਵ ਸੀਨ ਇਟ ਮਾਈ ਸੈਲਫ। ਤੋ ਤੁਸੀਂ ਪੈਸੇ ਦੇਣਾ ਬੰਦ ਕਰ ਦਿਓ, ਅਗਲਾ ਬੰਦਾ ਪੈਸੇ ਲੈ ਹੀ ਨਹੀਂ ਸਕਦਾ। ਤੋ ਅਗੇਨ ਮੈਂ ਕਹੂੰਗਾ ਕਿ ਇਹ ਸਾਰਾ ਕੁਝ ਚੇਨ ਹੈਗਾ, ਆਪਾਂ ਇੱਕ ਦੂਜੇ ਨੂੰ ਕਨੈਕਟ ਕਰੀਏ ਔਰ ਜਿੱਥੇ ਕੋਈ ਬੰਦਾ ਕੋਈ ਡਿਮਾਂਡ ਕਰ ਰਿਹਾ ਹੈਗਾ, ਹੈਲਪਲਾਈਨ ਨੰਬਰਸ ਆਰ ਦੇਅਰ, ਤੁਸੀਂ ਉੱਥੇ ਇਨਫੋਰਮ ਕਰੋ। ਮੈਂ ਸਾਰੀ ਪਬਲਿਕ ਨੂੰ ਵੀ ਤੁਹਾਡੇ ਰਾਹੀਂ ਇਹੀ ਕਹਿਣਾ ਚਾਹੂੰਗਾ ਕਿ ਵੀ ਆਪਾਂ ਕਰਪਸ਼ਨ ਨੂੰ ਰੋਕਣ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਆਪਣਾ ਫਸਟ ਸਟੈਪ ਜਿਹੜਾ ਹੈਗਾ ਉਹ ਸਾਡਾ ਹੋਣਾ ਚਾਹੀਦਾ ਹੈ ਕਿ ਆਪਾਂ ਕਰਪਸ਼ਨ ਨਹੀਂ ਕਰਾਂਗੇ। ਸਰ, ਤਰਨ ਦੇ SSP ਰਹਿੰਦੇ ਹੋ, ਕੋਈ ਇਹੋ ਜਿਹਾ ਕੰਮ ਜੋ ਤੁਸੀਂ ਉੱਧਰ ਨਹੀਂ ਕਰ ਪਾਏ ਹੋ, ਤੁਸੀਂ ਇੱਧਰ ਆ ਕੇ ਉਹ ਚੀਜ਼ ਕਰਨਾ ਚਾਹੁੰਦੇ ਹੋ? ਦੇਖੋ ਜੀ, ਉੱਥੇ ਮੇਰੇ ਕੋਲ ਬਹੁਤ ਹੀ ਛੋਟਾ ਟਾਈਮ ਸੀਗਾ। ਮੈਂ 19 ਜਨਵਰੀ ਨੂੰ ਜੁਆਇਨ ਕੀਤਾ ਸੀਗਾ ਔਰ ਆਲਮੋਸਟ 2.5 ਮੰਥਸ ਬਾਅਦ ਮੇਰੀ ਉੱਥੇ ਬਦਲੀ ਹੋ ਗਈ ਸੀ ਔਰ ਪਹਿਲਾਂ ਵੀ ਮੈਂ ਤੁਹਾਨੂੰ ਦੱਸ ਚੁੱਕਿਆ ਹੈਗਾ ਕਿ ਉੱਥੇ ਮੇਰਾ ਟੈਨਰ ਮੋਸਟਲੀ ਇਲੈਕਸ਼ਨ ਸਪੈਸੀਫਿਕ ਸੀਗਾ। ਵੀ ਵਰ ਦੇਅਰ ਫॉर ਇਲੈਕਸ਼ਨਸ। ਇੱਥੇ ਆਪਾਂ ਨਾਰਮਲ ਪੁਲਿਸਿੰਗ ਵਾਸਤੇ ਆਏ ਹੋਏ ਹਾਂ। ਇੱਥੇ ਕਾਫੀ ਕੰਮ ਆਪਾਂ ਪਹਿਲਾਂ ਵੀ ਕੀਤੇ ਹੈਗੇ ਨੇ। ਆਈ ਹੈਵ ਮੇਡ ਅ CCTV ਵੈਨ ਫॉर ਮਾਈ ਪੁਲਿਸ ਡਿਸਟ੍ਰਿਕਟ। ਇਸ ਤੋਂ ਇਲਾਵਾ ਆਪਾਂ ਇੱਕ ਮੈਸ ਬਣਾ ਰਹੇ ਹਾਂ ਜਿਹੜੇ ਆਪਣੇ ਮੁਲਾਜ਼ਮਾਂ ਵਾਸਤੇ, NGOs ਵਾਸਤੇ, ORs ਵਾਸਤੇ, ਸਾਡੇ ਆਪਣੇ ਅਫਸਰਾਂ ਵਾਸਤੇ ਉੱਥੇ ਕੋਈ ਠਹਿਰਨ ਦੀ ਥਾਂ ਨਹੀਂ ਹੈ। ਵੀ ਡੋਂਟ ਹੈਵ ਐਨੀ ਰੈਜ਼ੀਡੈਂਸਸ ਐਕਸੈਪਟ DCs ਔਰ SSPs। ਤੋਂ ਉਸ ਤੋਂ ਇਲਾਵਾ ਸਾਡੇ ਕੋਲ ਹੁਣ 2 SP ਹੈਗੇ ਨੇ, 9 DSP ਹੈਗੇ ਨੇ, ਉਹਨਾਂ ਵਾਸਤੇ ਕੋਈ ਰੈਜ਼ੀਡੈਂਸ ਨਹੀਂ ਹੈ। ਤੇ ਮੇਰੇ ਉਪਰਾਲਾ ਹੈਗਾ ਕਿ ਉਹਨਾਂ ਵਾਸਤੇ ਜਲਦ ਤੋਂ ਜਲਦ ਆਪਾਂ ਉੱਥੇ ਕੁਝ ਨਾ ਕੁਝ ਸਟੇ ਦਾ ਅਰੇਂਜਮੈਂਟ ਕਰੀਏ ਤਾਂ ਜੋ ਉਹਨਾਂ ਦੀ ਵੀ ਸਹੂਲੀਅਤ ਨੂੰ ਆਪਾਂ ਧਿਆਨ ਵਿੱਚ ਰੱਖ ਸਕੀਏ। ਇਸ ਤੋਂ ਇਲਾਵਾ ਲਗਾਤਾਰ ਆਪਾਂ ਪਬਲਿਕ ਦੇ ਨਾਲ ਇੰਟਰੈਕਟ ਕਰਦੇ ਰਹਿੰਦੇ ਹਾਂ, ਕੁਝ ਨਾ ਕੁਝ ਇੰਟਰਵੈਂਸ਼ਨਸ ਕਰਦੇ ਰਹਿੰਦੇ ਹਾਂ ਕਿ ਟ੍ਰੈਫਿਕ ਦੀ ਪ੍ਰੋਬਲਮ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਦੂਰ ਕਰ ਸਕੀਏ। ਇਸ ਤੋਂ ਇਲਾਵਾ ਹੁਣ ਕੁਝ ਫਲਾਈਓਵਰਸ ਹੈਗੇ ਨੇ ਜਿਹੜੇ ਸਾਡੇ ਅੰਡਰ ਕੰਸਟਰਕਸ਼ਨ ਹੈਗੇ, ਧੁੰਦਾਂ ਦਾ ਟਾਈਮ ਆ ਰਿਹਾ ਹੈਗਾ। ਨਾਓ ਵਿਦ ਦੀ ਹੈਲਪ ਆਫ NGOs ਐਂਡ ਜਿਹੜੇ ਆਪਣੇ ਮੋਹਤਬਰ ਹੈਗੇ ਨੇ ਉਹਨਾਂ ਦੇ ਥਰੂ ਆਪਾਂ ਉੱਥੇ ਬਲਿੰਕਰਸ ਲਗਵਾ ਰਹੇ ਹਾਂ ਕਿ ਧੁੰਦ ਦੇ ਟਾਈਮ ਤੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਇੱਥੇ ਅੱਗੇ ਕੰਸਟਰਕਸ਼ਨ ਚੱਲ ਰਹੀ ਹੈਗੀ ਹੈ ਤੇ ਦੇ ਹੈਵ ਟੂ ਮੂਵ ਸਲੋ। ਤੋ ਦੇਖੋ, ਪੁਲਿਸਿੰਗ ਵਿੱਚ ਕਰਨ ਵਾਸਤੇ ਬਹੁਤ ਕੁਝ ਹੈਗਾ, ਮੈਂ ਇੱਥੇ ਇੱਕ ਇੱਕ ਚੀਜ਼ ਗਿਣਾ ਨਹੀਂ ਸਕਦਾ। ਔਰ ਮੋਗਾ ਪੁਲਿਸ ਜਿਹੜੀ ਹੈਗੀ ਹੈ ਪੂਰੇ ਪੰਜਾਬ ਵਿੱਚ ਸਭ ਤੋਂ ਅੱਗੇ ਹੈਗੀ ਹੈ ਕਿ ਸਾਡੇ ਅੰਡਰ ਇਨਵੈਸਟੀਗੇਸ਼ਨ ਕੇਸਿਸ ਬੜੇ ਘੱਟ ਹੈਗੇ ਨੇ ਔਰ ਲਗਾਤਾਰ ਆਪਾਂ ਟਾਈਮ ਸਿਰ ਚਲਾਨ ਪੇਸ਼ ਕਰਕੇ ਕਰਦੇ ਹਾਂ, ਜਿਹਦੇ ਨਾਲ ਵੱਧ ਤੋਂ ਵੱਧ ਆਪਾਂ ਲੋਕਾਂ ਨੂੰ ਜਿਹੜਾ ਹੈਗਾ ਜਸਟਿਸ ਦਿਵਾ ਸਕੀਏ ਔਰ ਜਿਹੜੇ ਅਕਿਊਜ਼ਡ ਹੈਗੇ ਨੇ ਉਹਨਾਂ ਨੂੰ ਆਪਾਂ ਬ੍ਰੌਟ ਟੂ ਜਸਟਿਸ ਕਰ ਸਕੀਏ। ਸਰ, ਤੁਸੀਂ ਗੱਲ ਕੀਤੀ ਡਰੱਗਸ ਦੇ ਬਾਰੇ, ਤੇ ਪੰਜਾਬ ਵਿੱਚ 20 ਲੱਖ ਤੋਂ ਵੱਧ ਇਹੋ ਜਿਹੇ ਜੋ ਲੋਕ ਨੇ ਜੋ ਡਰੱਗਸ ਕੰਜ਼ਿਊਮ ਕਰਦੇ ਨੇ, ਜਿਹਦੇ 'ਚ ਮੋਸਟਲੀ ਅੱਜ ਦੇ ਯੁਵਾ ਨੇ। ਤੇ ਤੁਹਾਨੂੰ ਕੀ ਲੱਗਦਾ ਇਹ ਚੀਜ਼ ਨੂੰ ਕਿਵੇਂ ਸੋਲਵ ਕਰਿਆ ਜਾਏ? ਕੀ ਯੋਜਨਾ ਬਣਾਉਣੀ ਚਾਹੀਦੀ ਹੈ ਇਹਦੇ ਤਹਿਤ? ਦੇਖੋ, ਡਰੱਗਸ ਜਿਹੜੀ ਹੈਗੀ ਹੈ ਦੈਟ ਇਜ਼ ਅ ਸੋਸ਼ਲ ਪ੍ਰੋਬਲਮ, ਠੀਕ ਹੈ ਨਾ। ਆਪਾਂ ਇਹਨੂੰ ਹਮੇਸ਼ਾ ਇੱਕ ਐਗਜ਼ੀਕਿਊਟਿਵ ਪ੍ਰੋਬਲਮ ਦੀ ਤਰਫ ਲੈ ਕਰਕੇ ਜਾਂਦੇ ਕਿ ਪੁਲਿਸ ਇਹਦੇ ਉੱਤੇ ਪੂਰੀ ਤਰੀਕੇ ਦੇ ਨਾਲ ਨਜਿੱਠੇ। ਬਟ ਮੈਂ ਜਿੰਨਾ ਕੁ ਦੇਖਿਆ ਹੈਗਾ ਪਿਛਲੇ ਮੈਨੂੰ ਆਲਮੋਸਟ 11 ਸਾਲ ਹੋ ਗਏ ਹੁਣ ਪੰਜਾਬ ਵਿੱਚ ਨੌਕਰੀ ਕਰਦਿਆਂ ਹੋਇਆ, ਜਦੋਂ ਤੁਸੀਂ ਇੱਕ ਚੀਜ਼ ਤੇ ਪ੍ਰੈਸ਼ਰ ਕਰਦੇ ਹੋ ਦਿਸ ਪੌਪਸ ਆਊਟ ਫਰੋਮ ਸਮ ਅਦਰ ਸਾਈਡ।
ਮਤਲਬ ਆਪਾਂ ਹੈਰੋਇਨ ਤੇ ਨਸ਼ੇ ਨੂੰ ਰੋਕ ਦਿੰਦੇ ਆ ਤੇ ਫਾਰਮਾਸਿਊਟੀਕਲ ਦਾ ਨਸ਼ਾ ਵੱਧ ਜਾਂਦਾ ਹੈਗਾ, ਫਾਰਮਾਸਿਊਟੀਕਲ ਤੇ ਰਕਤ ਕਰ ਦਿੰਦੇ ਆ ਤੇ ਉਹ ਫਿਰ ਉਹ ਇੰਜੈਕਸ਼ਨ ਵਾਲੇ ਪਾਸੇ ਨੂੰ ਚਲੇ ਜਾਂਦੇ ਹੈਗੇ ਨੇ। ਤੇ ਜਦੋਂ ਤੱਕ ਡਿਮਾਂਡ ਤੇ ਕੱਟ ਨਹੀਂ ਹੁੰਦਾ ਉਦੋਂ ਤੱਕ ਸਪਲਾਈ ਨੂੰ ਰੋਕ ਪਾਣਾ ਬਹੁਤ ਔਖਾ ਹੈ। ਮਤਲਬ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ, ਰਿਕਵਰੀ ਤੁਸੀਂ ਦੇਖੋਗੇ ਸਾਲੋਂ ਸਾਲ ਵੱਧਦੀ ਜਾ ਰਹੀ ਹੈ ਔਰ ਛੋਟੀ ਕੁਆਂਟੀਟੀ ਹੁੰਦੀ ਹੈ ਹੈਰੋਇਨ ਦੀ, ਤੁਸੀਂ ਇਹ ਵੀ ਨਹੀਂ ਆਈਡੈਂਟੀਫਾਈ ਕਰ ਸਕਦੇ ਕਿ ਕਿਸੇ ਬੰਦੇ ਦੀ ਜੇਬ ਵਿੱਚ ਜਾਂ ਉਹਦੇ ਕੋਲ ਕੁਝ ਲੁਕਾਇਆ ਹੋਇਆ ਹੈ ਕਿ ਨਹੀਂ ਲੁਕਾਇਆ ਹੋਇਆ। ਲਗਾਤਾਰ ਵਰਕ ਚੱਲ ਰਹੇ ਹੈਗੇ ਨੇ, ਕੰਮ ਲਗਾਤਾਰ ਆਪਾਂ ਕਰ ਰਹੇ ਹੈਗੇ ਆ, ਬਟ ਇਹਦੇ ਵਿੱਚ ਮੈਂ ਕਹਿਣਾ ਚਾਹੂੰਗਾ ਕਿ ਸੁਸਾਇਟੀ ਨੂੰ ਐਜ਼ ਏ ਹੋਲ ਕੰਮ ਕਰਨਾ ਪੈਣਾ ਹੈ ਔਰ ਜਿੰਨੇ ਵੀ ਵੱਖਰੇ ਵੱਖਰੇ ਡਿਪਾਰਟਮੈਂਟ ਇਹਦੇ ਵਿੱਚ ਇੰਕਲੂਡਡ ਨੇ, ਚਾਹੇ ਉਹ ਹੈਲਥ ਡਿਪਾਰਟਮੈਂਟ ਹੋਵੇ, ਚਾਹੇ ਪੁਲਿਸ ਡਿਪਾਰਟਮੈਂਟ ਹੋਵੇ, ਚਾਹੇ ਸਿਵਲ ਡਿਪਾਰਟਮੈਂਟ ਹੋਵੇ, ਚਾਹੇ ਸੋਸ਼ਲ ਡਿਪਾਰਟਮੈਂਟ ਹੋਵੇ, ਚਾਹੇ PR ਡਿਪਾਰਟਮੈਂਟ ਹੋਵੇ, ਸਾਰਿਆਂ ਨੂੰ ਇਕੱਠੇ ਹੋ ਕਰਕੇ ਕੰਮ ਕਰਨਾ ਪੈਣਾ ਔਰ ਸਾਰੇ NGOs ਵੀ ਜਿੰਨੇ ਵੀ ਲੱਗੇ ਹੋਏ ਨੇ ਉਹਨਾਂ ਨੂੰ ਵੀ ਇੱਕ ਪਲੇਟਫਾਰਮ ਤੇ ਆਉਣਾ ਪੈਣਾ। ਜਦੋਂ ਤੱਕ ਆਪਾਂ ਲੋਕਾਂ ਨੂੰ ਇਸ ਚੀਜ਼ ਵਾਸਤੇ ਮੋਟੀਵੇਟ ਨਹੀਂ ਕਰ ਪਾਉਂਦੇ ਕਿ ਆਪਾਂ ਨਸ਼ਾ ਛੱਡਣਾ ਹੈ, ਉਦੋਂ ਤੱਕ ਤੁਸੀਂ ਇਸ ਪ੍ਰੋਬਲਮ ਨੂੰ ਕੰਟੇਨ ਨਹੀਂ ਕਰ ਸਕਦੇ। ਤੇ ਵੀ ਹੈਵ ਟੂ ਵਰਕ ਔਨ ਬੋਥ ਸਾਈਡ। ਆਪਾਂ ਨੂੰ ਜਿੱਥੇ ਆਪਾਂ ਐਨਫੋਰਸਮੈਂਟ ਦੀ ਗੱਲ ਕਰਦੇ ਕਿ ਪੁਲਿਸ ਐਨਫੋਰਸਮੈਂਟ ਕਰੇ, ਉੱਥੇ ਹੀ ਨਾਲ ਨਾਲ ਤੁਹਾਨੂੰ ਡੀ ਐਡਿਕਸ਼ਨ ਵਾਲੇ ਪਾਸੇ ਵੀ ਜਾਣਾ ਪਏਗਾ ਕਿ ਜਿਹੜੇ 20 ਲੱਖ ਤੁਸੀਂ ਨਾਂ ਲਏ ਨੇ ਉਹ ਡੀ ਐਡਿਕਸ਼ਨ ਕਰਨ। ਔਰ ਥਰਡ ਥਿੰਗ ਇਜ਼ ਪ੍ਰੀਵੈਂਸ਼ਨ, ਕਿ ਆਪਾਂ ਉਹਨਾਂ ਦੇ ਵਿਚਕਾਰ ਜਾ ਕੇ ਨੁੱਕੜ ਨਾਟਕ ਕਰੀਏ, ਸਕੂਲਾਂ ਵਿੱਚ ਜਾ ਕਰਕੇ ਆਪਾਂ ਸੈਮੀਨਾਰ ਕਰੀਏ, ਰੈਲੀਜ਼ ਕਰੀਏ ਔਰ ਉਹਨਾਂ ਨੂੰ ਸਮਝਾਈਏ ਕਿ ਇਸ ਚੀਜ਼ ਦੇ ਮਾੜੇ ਪ੍ਰਭਾਵ ਬਹੁਤ ਜ਼ਿਆਦਾ ਹੈਗੇ ਨੇ, ਆਪਾਂ ਨੂੰ ਇਸ ਪਾਸੇ ਨਹੀਂ ਜਾਣਾ ਹੈਗਾ। ਇਹਦੇ ਵਾਸਤੇ ਸਾਡੀ STF ਨੇ ਕਾਫੀ ਚੰਗਾ ਉਪਰਾਲਾ ਕੀਤਾ ਸੀਗਾ। ਉਹਨਾਂ ਨੇ ਬੜੀ ਪ੍ਰੋਗਰਾਮ ਔਰ ਡੈਪੋ ਪ੍ਰੋਗਰਾਮ ਚਾਲੂ ਕੀਤਾ ਸੀਗਾ ਔਰ ਬੜੀ ਪ੍ਰੋਗਰਾਮ ਵਿੱਚ ਸਕੂਲ ਵਿੱਚ ਟੀਚਰਸ ਨੂੰ ਸੀਨੀਅਰ ਬਡੀਜ਼ ਲਾਇਆ ਸੀਗਾ ਔਰ ਸਟੂਡੈਂਟਸ ਵਿੱਚ ਉਹਨਾਂ ਨੇ ਬਡੀਜ਼ ਬਣਾਏ ਸੀਗੇ। ਜਿਸ ਤਰ੍ਹਾਂ ਤੁਸੀਂ ਮੰਨ ਲਓ ਮੇਰੇ ਬਡੀ ਹੋ ਤਾਂ ਮੈਂ ਤੁਹਾਡੇ ਤੇ ਧਿਆਨ ਰੱਖੂੰਗਾ ਕਿ ਆਰ ਯੂ ਇਨ ਡਰੱਗਸ। ਅਗਰ ਤੁਹਾਡੇ ਬਿਹੇਵੀਅਰ ਵਿੱਚ ਕੋਈ ਵੀ ਚੇਂਜ ਹੈਗਾ ਤਾਂ ਆਈ ਵਿਲ ਟੈਲ ਮਾਈ ਸੀਨੀਅਰ ਬਡੀ ਕਿ ਹਾਂ ਇਹ ਬੰਦੇ ਦੇ ਬਿਹੇਵੀਅਰ ਵਿੱਚ ਚੇਂਜ ਹੈਗਾ, ਇਹਦੀ ਅੱਖਾਂ ਲਾਲ ਰਹਿੰਦੀਆਂ ਹੈਗੇ ਨੇ, ਬੁੱਝਾ ਰਹਿੰਦਾ ਹੈਗਾ, ਸੁਸਾਇਟੀ ਤੋਂ ਕੱਟਿਆ ਹੋਇਆ ਹੈ, ਹੀ ਮਾਈਟ ਬੀ ਔਨ ਡਰੱਗਸ। तो इस तरीके ਦੇ ਨਾਲ ਆਪਾਂ ਪ੍ਰੀਵੈਂਸ਼ਨ ਕਰ ਸਕਦੇ ਹਾਂ। ਡੀ ਐਡਿਕਸ਼ਨ ਵਾਸਤੇ ਸਾਨੂੰ ਆਪਣੇ ਸਿਸਟਮ ਨੂੰ ਹੋਰ ਰਿਜੂਵਨੇਟ ਕਰਨਾ ਪੈਣਾ ਹੈ ਕਿਉਂਕਿ ਜਿੰਨੇ ਬੰਦੇ ਡਰੱਗਸ ਵਿੱਚ ਹੈਗੇ ਨੇ ਉਨੀ ਸਾਡੀ ਹਜੇ ਕੈਪੈਸਿਟੀ ਨਹੀਂ ਕਿ ਉਹਨਾਂ ਨੂੰ ਆਪਾਂ ਡੀ ਐਡਿਕਟ ਕਰ ਸਕੀਏ। ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕਰਕੇ ਇੱਕ ਦੂਜੇ ਦੇ ਨਾਲ ਸਹਿਯੋਗ ਕਰਨਾ ਪਏਗਾ, ਤਾਂ ਹੀ ਆਪਾਂ ਇਸ ਸੁਸਾਈਡਲ ਪ੍ਰੋਬਲਮ ਤੋਂ ਬਾਹਰ ਨਿਕਲ ਸਕਦੇ ਹਾਂ। ਸਰ ਕੋਈ ਇੱਕ ਮੈਸੇਜ ਜੋ ਤੁਸੀਂ ਪੰਜਾਬ ਦੀ ਜਨਤਾ ਨੂੰ ਦੇਣਾ ਚਾਹੋਗੇ? ਦੇਖੋ ਜੀ, ਅਸੀਂ ਪੁਲਿਸ ਅਫਸਰ ਤੁਹਾਡੇ ਵਾਸਤੇ ਹਮੇਸ਼ਾ ਤੈਨਾਤ ਹੈਗੇ ਹਾਂ, ਪਹਿਲਾਂ ਵੀ ਕੰਮ ਕਰਦੇ ਰਹੇ ਹਾਂ, ਅੱਗੇ ਵੀ ਕੰਮ ਕਰਦੇ ਰਹਾਂਗੇ। ਸਾਨੂੰ ਤੁਹਾਡੇ ਵੱਲੋਂ ਇੱਕ ਬਹੁਤ ਸਹਿਯੋਗ ਦੀ ਲੋੜ ਹੈਗੀ ਹੈ। ਮੈਂ ਹਮੇਸ਼ਾ ਕਹਿੰਦਾ ਹੈਗਾ ਕਿ ਅਸੀਂ ਕੇਵਲ ਇੱਕ 50,000 60,000 ਦੀ ਪੁਲਿਸ ਹੈਗੀ ਹੈ ਔਰ ਸਾਡੀ ਪੋਪੂਲੇਸ਼ਨ ਜਿਹੜੀ ਹੈਗੀ ਉਹ ਲੱਖਾਂ ਵਿੱਚ ਕਰੋੜਾਂ ਵਿੱਚ ਹੈਗੀ ਹੈ। ਤੇ ਜਦੋਂ ਤੱਕ ਆਪਾਂ ਸਾਰੇ ਇਕੱਠੇ ਹੋ ਕਰਕੇ ਕੰਮ ਨਹੀਂ ਕਰਦੇ ਹੈਗੇ ਉਦੋਂ ਤੱਕ ਨਹੀਂ ਹੋ ਸਕਦਾ। ਤੇ ਵੀ ਹੈਵ ਟੂ ਹੈਵ ਏ ਪਬਲਿਕ ਪੁਲਿਸ ਫਰੈਂਡਲੀ ਅਪਰੋਚ। ਤੁਸੀਂ ਸਾਨੂੰ ਸਹਿਯੋਗ ਦਿਓ, ਤੁਸੀਂ ਸਾਡੀ ਅੱਖਾਂ ਤੇ ਨਿਗਾਹ ਬਣੋ, ਕੰਨ ਬਣੋ, ਸਾਨੂੰ ਇਨਫੋਰਮੇਸ਼ਨ ਦਿਓ ਜਿਹਦੇ ਨਾਲ ਆਪਾਂ ਲੋਕਾਂ ਦੇ ਨਾਲ ਗੱਲਬਾਤ ਕਰ ਸਕੀਏ, ਉਹਨਾਂ ਨੂੰ ਦੱਸ ਸਕੀਏ ਔਰ ਜਿੱਥੇ ਕੋਈ ਕ੍ਰਾਈਮ ਹੋ ਰਿਹਾ ਉਸ ਕ੍ਰਾਈਮ ਨੂੰ ਆਪਾਂ ਪ੍ਰੀਵੈਂਟ ਕਰ ਸਕੀਏ। ਸਰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਸਾਨੂੰ ਉਮੀਦ ਹੈ ਤੁਸੀਂ ਐਵੇਂ ਹੀ ਪੂਰੀ ਇਮਾਨਦਾਰੀ ਨਾਲ ਆਪਣਾ ਕੰਮ ਕਰੋਗੇ ਤੇ ਪੰਜਾਬ ਦੀ ਜਨਤਾ ਨੂੰ ਸੁਰੱਖਿਅਤ ਰੱਖੋਗੇ। ਥੈਂਕ ਯੂ ਸਰ। ਧੰਨਵਾਦ।